ਪਿਆਰੇ ਵਿਦਿਆਰਥੀਓ, ਅੱਜ ਅਸੀਂ ਜੈਵਿਕ ਪ੍ਰਕਿਰਿਆਵਾਂ ਦਾ ਲਾਸਟ ਟੌਪਿਕ ਮਲ ਤਿਆਗ ਪ੍ਰਣਾਲੀ ਪੜ੍ਹਾਂਗੇ। ਇਹ ਇਸ ਪ੍ਰਕਿਰਿਆਵਾਂ ਦਾ ਸਭ ਤੋਂ ਇੰਪੋਰਟੈਂਟ ਟੌਪਿਕ ਹੈ। ਜਿਵੇਂ ਕਿ ਸਾਨੂੰ ਪਤਾ ਹੈ ਕਿ ਪੋਸ਼ਣ ਰਾਹੀਂ ਜੋ ਅਸੀਂ ਭੋਜਨ ਖਾਂਦੇ ਹਾਂ, ਉਸ ਭੋਜਨ ਦੇ ਵਿੱਚ ਜੋ ਪੋਸ਼ਕ ਤੱਤ ਹੁੰਦੇ ਨੇ ਉਹ ਸਾਡੇ ਸਰੀਰ ਨੂੰ ਸਾਰਿਆਂ ਦੀ ਜ਼ਰੂਰਤ ਨਹੀਂ ਹੁੰਦੀ। ਕੁਝ ਪੋਸ਼ਕ ਤੱਤ ਜਿਹੇ ਵੀ ਹੁੰਦੇ ਨੇ ਜੋ ਫਾਲਤੂ ਹੁੰਦੇ ਨੇ, ਤੇ ਇਸ ਲਈ ਉਹਨਾਂ ਨੂੰ ਸਰੀਰ ਵਿੱਚੋਂ ਬਾਹਰ ਕੱਢਣਾ ਬਹੁਤ ਜ਼ਰੂਰੀ ਹੁੰਦਾ ਹੈ। ਦੂਸਰੇ ਪਾਸੇ ਸਾਡੇ ਸਰੀਰ ਵਿੱਚ ਕਈ ਜੈਵ ਰਸਾਇਣਿਕ ਕਿਰਿਆਵਾਂ ਹੁੰਦੀਆਂ ਨੇ। ਇਹਨਾਂ ਰਸਾਇਣਿਕ ਕਿਰਿਆਵਾਂ ਦੌਰਾਨ ਸਾਡੇ ਸਰੀਰ ਦੇ ਵਿੱਚ ਕਾਫੀ ਸਾਰਾ ਨਾਈਟ੍ਰੋਜੀਨੀਅਸ ਵੇਸਟ ਬਣਦਾ ਹੈ, ਜਿਵੇਂ ਕਿ ਯੂਰੀਆ ਅਤੇ ਯੂਰਿਕ ਐਸਿਡ। ਇਹਨਾਂ ਨੂੰ ਸਰੀਰ ਵਿੱਚੋਂ ਬਾਹਰ ਕੱਢਣਾ ਬਹੁਤ ਜ਼ਰੂਰੀ ਹੁੰਦਾ ਹੈ, ਤੇ ਇਸ ਸਾਰੇ ਲਈ ਸਾਡੇ ਸਰੀਰ ਦੇ ਵਿੱਚ ਇੱਕ ਤੰਤਰ ਹੁੰਦਾ ਹੈ ਜਿਹਨੂੰ ਮਲ ਤਿਆਗ ਪ੍ਰਣਾਲੀ ਜਾਂ ਮਲ ਤਿਆਗ ਤੰਤਰ ਕਿਹਾ ਜਾਂਦਾ ਹੈ। ਇਸ ਦੇ ਵਿੱਚ ਆਮ ਕਰਕੇ ਜਿਹੜੀ ਮੁੱਖ ਭੂਮਿਕਾ ਹੈ ਉਹ ਕਿਡਨੀ ਦੁਆਰਾ ਨਿਭਾਈ ਜਾਂਦੀ ਹੈ। ਸਾਡੇ ਸਰੀਰ ਦੇ ਵਿੱਚ ਦੋ ਕਿਡਨੀਜ਼ ਹੁੰਦੀਆਂ ਨੇ, ਜਿਵੇਂ ਕਿ ਤੁਸੀਂ ਦੇਖ ਰਹੇ ਹੋ, ਇਹ ਸਾਡੇ ਸਰੀਰ ਦੇ ਵਿੱਚ ਦੋ ਕਿਡਨੀਜ਼ ਨੇ। ਇਹਨਾਂ ਕਿਡਨੀਜ਼ ਦੁਆਰਾ ਸਾਡੇ ਲਹੂ ਦੇ ਵਿੱਚੋਂ ਇਹ ਵਾਧੂ ਪਦਾਰਥ ਨੂੰ ਛਾਣਿਆ ਜਾਂਦਾ ਹੈ। ਪਿਆਰੇ ਵਿਦਿਆਰਥੀਓ, ਹੁਣ ਅਸੀਂ ਜਾਣਦੇ ਹਾਂ ਕਿ ਇਹ ਕਿਡਨੀਜ਼ ਤੱਕ ਲਹੂ ਕਿਵੇਂ ਪਹੁੰਚਦਾ ਹੈ। ਜਿਵੇਂ ਕਿ ਸਾਨੂੰ ਪਤਾ ਹੈ ਕਿ ਅਰੋਟਾ, ਜਿਹਨੂੰ ਮਾਂ ਧਮਨੀ ਕਿਹਾ ਜਾਂਦਾ ਹੈ, ਇਸ ਰਸਤੇ ਕਿਡਨੀਆਂ ਤੱਕ ਲਹੂ ਪਹੁੰਚਦਾ ਹੈ, ਅਤੇ ਇਹ ਅਰੋਟਾ ਤੋਂ ਜਿਹੜਾ ਲਹੂ ਜਿਹੜੀ ਵਹਿਣੀ ਦੁਆਰਾ ਕਿਡਨੀ ਦੇ ਵਿੱਚ ਜਾਂਦਾ ਹੈ ਉਸ ਨੂੰ ਰੈਨਲ ਆਰਟਰੀ ਜਾਂ ਗੁਰਦਾ ਧਮਨੀ ਕਿਹਾ ਜਾਂਦਾ ਹੈ। ਪਿਆਰੇ ਬੱਚਿਓ, ਰੈਨਲ ਦਾ ਮੀਨਿੰਗ ਹੁੰਦਾ ਹੈ ਕਿਡਨੀ। ਇਸੇ ਤਰ੍ਹਾਂ ਇੱਥੋਂ ਸਾਫ਼ ਕੀਤਾ ਹੋਇਆ ਲਹੂ ਦੁਬਾਰਾ ਰੇਨਲ ਵੇਨ ਦੁਆਰਾ ਜਾਂ ਗੁਰਦਾ ਸ਼ਿਰਾ ਦੁਆਰਾ ਫਿਰ ਤੋਂ ਵੇਨ ਕਾਵਾ ਦੇ ਵਿੱਚ ਮਿਲਾ ਦਿੱਤਾ ਜਾਂਦਾ ਹੈ। ਹੁਣ ਪਿਆਰੇ ਬੱਚਿਓ, ਜਿਹੜੀ ਕਿਡਨੀਜ਼ ਨੇ ਇਹਦੇ ਵਿੱਚ ਇੱਕ ਰਚਨਾ ਹੁੰਦੀ ਹੈ ਜਿਸ ਦਾ ਨਾਮ ਹੁੰਦਾ ਨੈਫਰੋਨ। ਉਹ ਇਹ ਸਾਰੇ ਲਹੂ ਨੂੰ ਛਾਣਦੀ ਹੈ। ਉਸ ਬਾਰੇ ਅਸੀਂ ਅੱਗੇ ਪੜਾਂਗੇ। ਹੁਣ ਅਸੀਂ ਜਾਣਦੇ ਹਾਂ ਕਿ ਸਾਡੇ ਜਿਹੜਾ ਮਲ ਤਿਆਗ ਪ੍ਰਣਾਲੀ ਹੈ ਇਸ ਦੇ ਵਿੱਚ ਹੋਰ ਕਿਹੜੇ ਕਿਹੜੇ ਅੰਗ ਨੇ। ਹੁਣ ਜਿਹੜਾ ਵੀ ਇੱਥੋਂ ਨਾਈਟ੍ਰੋਜੀਨਸ ਪਦਾਰਥ ਨੂੰ ਛਾਣ ਕੇ ਬਾਹਰ ਕੱਢਿਆ ਜਾਂਦਾ ਹੈ ਉਹ ਯੂਰੇਟਰ ਰਾਹੀਂ ਕਿਡਨੀਆਂ ਚੋਂ ਬਾਹਰ ਨਿਕਲਦਾ ਹੈ, ਤੇ ਦੋਨਾਂ ਕਿਡਨੀਆਂ ਦੇ ਵਿੱਚੋਂ ਇੱਕ ਇੱਕ ਯੂਰੇਟਰ ਨਿਕਲਦੀ ਹੈ। ਇਹ ਜਿਹੜੀ ਯੂਰੇਟਰ ਹੈ ਇਹਨੂੰ ਮੂਤਰਵਹਿਣੀ ਵੀ ਕਿਹਾ ਜਾਂਦਾ ਹੈ। ਇਹ ਦੋਨੇ ਯੂਰੇਟਰਸ ਅੱਗੇ ਜਾ ਕੇ ਬਲੱਡਰ ਦੇ ਵਿੱਚ ਜਾ ਕੇ ਜੁੜਦੀਆਂ ਨੇ। ਜਿਹੜਾ ਬਲੱਡਰ ਹੈ ਇੱਕ ਮਾਸਪੇਸ਼ੀਆਂ ਦੀ ਇੱਕ ਥੈਲੀ ਹੁੰਦੀ ਹੈ, ਜਿਹੜਾ ਯੂਰਿਨ ਆਉਣ ਤੇ ਜਿਵੇਂ ਜਿਵੇਂ ਇਸ ਦੇ ਵਿੱਚ ਯੂਰਿਨ ਆਉਂਦਾ ਹੈ ਤੇ ਇਹ ਫੈਲਦਾ ਰਹਿੰਦਾ ਹੈ, ਤੇ ਇਹ ਉਨੀ ਦੇਰ ਤੱਕ ਫੈਲਦਾ ਰਹਿੰਦਾ ਹੈ ਜਦੋਂ ਤੱਕ ਇਹ ਪੂਰੀ ਤਰ੍ਹਾਂ ਭਰ ਨਹੀਂ ਜਾਂਦਾ। ਜਦੋਂ ਇਹ ਪੂਰੀ ਤਰ੍ਹਾਂ ਭਰ ਜਾਂਦਾ ਹੈ ਤੇ ਇਸ ਦੇ ਵਿੱਚੋਂ ਜਿਹੜਾ ਯੂਰੀਨ ਹੈ ਉਹ ਯੂਰੇਥਰਾ ਰਾਹੀਂ ਸਰੀਰ ਵਿੱਚੋਂ ਬਾਹਰ ਕੱਢਤਾ ਜਾਂਦਾ ਹੈ। ਇਹ ਪ੍ਰਕਿਰਿਆ ਲਗਾਤਾਰ ਚੱਲਦੀ ਰਹਿੰਦੀ ਹੈ। ਹੁਣ ਅਸੀਂ ਇਹ ਜਾਣਦੇ ਹਾਂ ਕਿ ਜਿਹੜੀ ਕਿਡਨੀਜ਼ ਨੇ ਉਹਨਾਂ ਦੇ ਅੰਦਰ ਦੀ ਸਟਰਕਚਰ ਕਿਹੋ ਜਿਹੀ ਹੁੰਦੀ ਹੈ। ਫਿਰ ਬੱਚੋ, ਜਿਵੇਂ ਕਿ ਤੁਸੀਂ ਦੇਖ ਰਹੇ ਹੋ, ਇਹ ਇੱਕ ਕ੍ਰੋਸ ਸੈਕਸ਼ਨ ਨੇ ਸਲਾਈਸ ਕੱਟਿਆ ਹੋਇਆ ਹੈ ਕਿਡਨੀਜ਼ ਦਾ। ਹੁਣ ਆਪਣੇ ਕੋਲ ਜਿਹੜਾ ਇਹ ਤੁਹਾਨੂੰ ਦਿਖ ਰਹੀ ਹੈ ਇੱਕ ਵੈਨੀ, ਇਹਨੂੰ ਬੋਲਦੇ ਨੇ ਰੈਨਲ ਆਰਟਰੀ। ਹੁਣ ਇਹਦੇ ਵਿੱਚੋਂ ਅਨਫਿਲਟਰਡ ਜਿਹੜਾ ਬਲੱਡ ਹੈ ਉਹ ਸਰੀਰ ਦੇ ਵਿੱਚ ਦਾਖਲ ਕੀਤਾ ਜਾਂਦਾ, ਉਹ ਕਿਡਨੀ ਦੇ ਵਿੱਚ ਦਾਖਲ ਕੀਤਾ ਜਾਂਦਾ। ਇਹ ਕਿਡਨੀ ਅੱਗੇ ਜਾ ਕੇ ਛੋਟੀਆਂ ਛੋਟੀਆਂ ਕੇਸ਼ਕਾਵਾਂ ਦੇ ਵਿੱਚ ਵੰਡੀ ਹੁੰਦੀ ਹੈ। ਇਹ ਅੱਗੇ ਜਾ ਕੇ ਨੈਫਰੋਨਸ, ਜਿਹੜੇ ਸਰੀਰ ਦੇ ਵਿੱਚ ਇੱਕ ਬਣਤਰ ਹੁੰਦੀ ਹੈ, ਜਿਹੜੀ ਬਰੀਕ ਧਾਗੇ ਵਰਗੀ ਰਚਨਾਵਾਂ ਤੁਸੀਂ ਵੇਖ ਰਹੇ ਹੋ, ਇਹਨਾਂ ਨੂੰ ਨੈਫਰੋਨਸ ਕਿਹਾ ਜਾਂਦਾ ਹੈ। ਇਹ ਨੈਫਰੋਨ ਦੁਆਰਾ ਇੱਥੋਂ ਖੂਨ ਨੂੰ ਛਾਣਿਆ ਜਾਂਦਾ ਹੈ, ਅਤੇ ਜਿਹੜਾ ਨਾਈਟ੍ਰੋਜੀਨੀਅਸ ਪਦਾਰਥ ਹੈ ਜਿਵੇਂ ਕਿ ਯੂਰਿਕ ਐਸਿਡ ਅਤੇ ਯੂਰੀਆ, ਇਹਨੂੰ ਸਰੀਰ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ ਅਤੇ ਯੂਰੇਟਰ ਦੇ ਵਿੱਚ ਇਹਨੂੰ ਪਾ ਦਿੱਤਾ ਜਾਂਦਾ ਹੈ। ਯੂਰੇਟਰ, ਜਿਵੇਂ ਕਿ ਅਸੀਂ ਪਿੱਛੇ ਪੜ੍ਹ ਚੁੱਕੇ ਹਾਂ ਕਿ ਯੂਰੇਟਰ ਜਿਹੜਾ ਹੁੰਦਾ ਹੈ ਇਹ ਅੱਗੇ ਜਾ ਕੇ ਬਲੱਡਰ ਦੇ ਵਿੱਚ ਮਿਲਿਆ ਹੁੰਦਾ ਹੈ, ਤੇ ਬਲੱਡਰ ਤੋਂ ਜਦੋਂ ਇਹ ਯੂਰਿਨ ਭਰ ਜਾਂਦਾ ਹੈ ਤੇ ਇਸ ਨੂੰ ਯੂਰੇਥਰਾ ਰਾਹੀਂ ਸਰੀਰ ਵਿੱਚੋਂ ਬਾਹਰ ਕੱਢਦਾ ਜਾਂਦਾ ਹੈ। ਉਸ ਤੋਂ ਬਾਅਦ ਜਿਹੜਾ ਪਿਊਰੀਫਾਈਡ ਬਲੱਡ ਹੈ ਉਸ ਨੂੰ, ਜਿਵੇਂ ਤੁਸੀਂ ਨੀਲੇ ਰੰਗ ਦੀਆਂ ਵਹਿਣੀਆਂ ਦੇਖ ਰਹੇ ਹੋ, ਇਹਨਾਂ ਵਿੱਚੋਂ ਵਾਪਸ ਫਿਰ ਸਰੀਰ ਦੇ ਵਿੱਚ ਭੇਜ ਜਾਂਦਾ ਹੈ। ਇਸ ਤਰ੍ਹਾਂ ਇੱਥੋਂ ਫਿਲਟਰਡ ਬਲੱਡ ਬਾਹਰ ਕੱਢ ਜਾਂਦਾ ਹੈ। ਪਿਆਰੇ ਬੱਚੋ, ਹਮੇਸ਼ਾ ਤੁਸੀਂ ਯਾਦ ਰੱਖਣਾ ਹੈ ਕਿ ਆਪਣੇ ਸਰੀਰ ਦੇ ਵਿੱਚ ਕਿੰਨੀਆਂ ਕਿਡਨੀਜ਼ ਨੇ? ਦੋ, ਜਿਨ੍ਹਾਂ ਨੂੰ ਆਮ ਕਰਕੇ ਗੁਰਦਾ ਕਿਹਾ ਜਾਂਦਾ ਹੈ। ਤੇ ਕਿਡਨੀ ਵੱਲੇ ਜਿਹੜੀ ਵਹਿਣੀ ਖੂਨ ਲੈ ਕੇ ਜਾਂਦੀ ਹੈ ਉਹਨੂੰ ਰੈਨਲ ਆਰਟਰੀ ਜਾਂ ਗੁਰਦਾ ਧਮਨੀ ਕਹਿੰਦੇ ਨੇ, ਤੇ ਕਿਡਨੀ ਤੋਂ ਵਾਪਸ ਜਿਹੜੀ ਵਹਿਣੀ ਖੂਨ ਨੂੰ ਵਾਪਸ ਸਰੀਰ ਵਿੱਚ ਲੈ ਕੇ ਜਾਂਦੀ ਹੈ ਉਸ ਨੂੰ ਗੁਰਦਾ ਸਿਰਾ ਜਾਂ ਰੈਨਲ ਵੇਨ ਕਿਹਾ ਜਾਂਦਾ ਹੈ। ਤੇ ਕਿਡਨੀ ਦੇ ਵਿੱਚੋਂ ਜਿਹੜਾ ਯੂਰੇਨ ਹੈ ਉਹਨੂੰ ਕਲੈਕਟ ਕਰਕੇ ਯੂਰੇਟਰ ਰਾਹੀਂ ਬਲੱਡਰ 'ਚ ਭੇਜ ਜਾਂਦਾ ਹੈ, ਤੇ ਬਲੱਡਰ ਇੱਕ ਮਾਸਪੇਸ਼ੀਆਂ ਦੀ ਇੱਕ ਥੈਲੀ ਹੁੰਦੀ ਹੈ ਜਿਹੜਾ ਯੂਰੀਨ ਆਉਣ ਤੇ ਫੈਲਦੀ ਰਹਿੰਦੀ ਹੈ। ਤੇ ਜਦੋਂ ਇਹ ਪੂਰੀ ਤਰ੍ਹਾਂ ਭਰ ਜਾਂਦੀ ਹੈ ਤੇ ਇਸ ਦੇ ਵਿੱਚੋਂ ਯੂਰੇਥਰਾ ਰਾਹੀਂ ਜਿਹੜਾ ਆਪਣੇ ਕੋਲ ਯੂਰੀਨ ਹੈ ਉਹਨੂੰ ਸਰੀਰ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ।
ਹੁਣ ਅਸੀਂ ਇਹ ਜਾਣਦੇ ਹਾਂ ਕਿ ਸਾਡੇ ਗੁਰਦਿਆਂ ਦੇ ਵਿੱਚ ਬਲੱਡ ਕਿਸ ਤਰ੍ਹਾਂ ਪਿਊਰੀਫਾਈ ਹੁੰਦਾ ਹੈ। ਪਿਆਰੇ ਬੱਚਿਓ, ਜਿਵੇਂ ਕਿ ਸਾਨੂੰ ਪਤਾ ਹੈ ਕਿ ਅਨਫਿਲਟਰਡ ਜਿਹੜਾ ਬਲੱਡ ਹੈ ਉਹ ਗੁਰਦਾ ਧਮਨੀ ਦੁਆਰਾ ਗੁਰਦਿਆਂ 'ਚ ਦਾਖਲ ਹੁੰਦਾ ਹੈ ਅਤੇ ਗੁਰਦਾ ਸ਼ਿਰਾ ਦੁਆਰਾ ਗੁਰਦਿਆਂ 'ਚੋਂ ਬਾਹਰ ਨਿਕਲ ਜਾਂਦਾ ਹੈ। ਹੁਣ ਇਹ ਗੁਰਦਿਆਂ ਦੇ ਵਿੱਚ ਨੈਫਰੋਨ ਨਾਮ ਦੇ ਆਰਗਨ ਦੁਆਰਾ ਇਸ ਨੂੰ ਪਿਊਰੀਫਾਈ ਕੀਤਾ ਜਾਂਦਾ ਹੈ। ਹੁਣ ਸਭ ਤੋਂ ਪਹਿਲਾਂ ਅਸੀਂ ਨੈਫਰੋਨ ਬਾਰੇ ਜਾਣਦੇ ਹਾਂ। ਪਿਆਰੇ ਬੱਚਿਓ, ਇਹ ਸਾਡੇ ਕੋਲ ਨੈਫਰੋਨ ਦੀ ਸਟਰਕਚਰ ਹੈ। ਹੁਣ ਜਿਹੜਾ ਨੈਫਰੋਨ ਹੈ ਇਹਦੇ ਵੱਖਰੇ ਵੱਖਰੇ ਭਾਗ ਹੁੰਦੇ ਨੇ। ਸਭ ਤੋਂ ਜਿਹੜਾ ਮੇਨ ਭਾਗ ਹੈ ਜਿੱਥੇ ਬਲੱਡ ਨੂੰ ਪਿਊਰੀਫਾਈ ਕੀਤਾ ਜਾਂਦਾ ਹੈ, ਛਾਣਿਆ ਜਾਂਦਾ ਹੈ, ਉਸ ਦਾ ਨਾਮ ਹੈਗਾ ਬਾਮਨ ਕੈਪਸੂਲ। ਜਿਹੜਾ ਬੋਮਨ ਕੈਪਸੂਲ ਹੈ, ਬੋਮਨ ਕੈਪਸੂਲ ਦੇ ਵਿੱਚ ਕੀ ਕੀਤਾ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਜਿਹੜਾ ਸਾਡੇ ਸਰੀਰ ਦੇ ਵਿੱਚੋਂ ਜਿਹੜਾ ਬਲੱਡ ਹੈ ਉਹ ਬਾਮਨ ਕੈਪਸੂਲ ਦੇ ਵਿੱਚ ਐਂਟਰ ਕਰਦਾ ਹੈ। ਜਿਵੇਂ ਕਿ ਸਾਨੂੰ ਪਤਾ ਹੈ ਕਿ ਜਿਹੜੇ ਸਾਡੇ ਸਰੀਰ ਦੇ ਵਿੱਚ ਗੁਰਦਾ ਧਮਨੀ ਹੈ ਉਸ ਤੋਂ ਜਿਹੜਾ ਬਲੱਡ ਹੈ ਉਹ ਨੈਫਰੋਨ ਦੇ ਬਾਮਨ ਕੈਪਸੂਲ ਦੇ ਵਿੱਚ ਐਂਟਰ ਕਰਦਾ ਹੈ। ਹੁਣ ਜਿਹੜਾ ਬਾਮਨ ਕੈਪਸੂਲ ਹੈ ਇਸ ਦੇ ਵਿੱਚ ਕੀ ਹੁੰਦਾ ਹੈ, ਇੱਕ ਲਹੂ ਵੈਣੀਆਂ ਦਾ ਬਹੁਤ ਸਾਰਾ ਗੁੱਛਾ ਹੁੰਦਾ ਹੈ। ਜਿਹੜਾ ਲਹੂ ਵੈਣੀ ਦਾ ਗੁੱਛਾ ਹੁੰਦਾ ਹੈ ਉਹਨੂੰ ਗਲੋਮੈਰੂਲਸ ਕਿਹਾ ਜਾਂਦਾ ਹੈ। ਗਲੋਮੈਰੂਲਸ ਦਾ ਜਿਹੜਾ ਸ਼ਬਦ ਹੈ ਮੀਨਿੰਗ ਹੀ ਧਾਗਿਆਂ ਦਾ ਗੁੱਛਾ ਹੈ। ਇਸ ਕਰਕੇ ਇਹ ਜਿਹੜਾ ਲਹੂ ਵੈਣੀ ਦਾ ਗੁੱਛਾ ਹੈ ਇਸ ਨੂੰ ਗਲੋਮੈਰੂਲਸ ਕਿਹਾ ਜਾਂਦਾ ਹੈ। ਹੁਣ ਬਾਮਨ ਕੈਪਸੂਲ ਦੇ ਵਿੱਚੋਂ ਬਲੱਡ ਦੇ ਵਿੱਚੋਂ ਕਾਫੀ ਸਾਰੇ ਪਦਾਰਥ ਬਾਹਰ ਕੱਢੇ ਜਾਂਦੇ ਨੇ। ਇੱਥੇ ਯੂਰਿਕ ਐਸਿਡ ਅਤੇ ਯੂਰੀਆ ਦੇ ਨਾਲ ਨਾਲ ਸਾਡੇ ਬਲੱਡ ਦੇ ਵਿੱਚੋਂ ਗਲੂਕੋਜ਼, ਅਮੀਨੋ ਐਸਿਡ, ਸਾਲਟ ਅਤੇ ਵਾਟਰ ਵੀ ਬਾਹਰ ਕੱਢੇ ਜਾਂਦੇ ਨੇ। ਪਰ ਇਹਨਾਂ ਪਦਾਰਥਾਂ ਦੀ ਸਾਡੇ ਸਰੀਰ ਨੂੰ ਬਹੁਤ ਜ਼ਰੂਰਤ ਹੁੰਦੀ ਹੈ, ਕਿਉਂਕਿ ਗਲੂਕੋਜ਼ ਸਾਨੂੰ ਊਰਜਾ ਦਿੰਦੀ ਹੈ ਤੇ ਅਮੀਨੋ ਐਸਿਡ ਵੀ ਸਾਡੇ ਸਰੀਰ ਦੇ ਵਿੱਚ ਜਿਹੜੇ ਸੈੱਲਾਂ ਦੀ ਮੁਰੰਮਤ ਕਰਨ ਵਿੱਚ ਸਹਾਈ ਹੁੰਦੇ ਨੇ। ਇਸ ਲਈ ਇਹਨਾਂ ਦਾ ਦੁਬਾਰਾ ਸਾਡੇ ਬਲੱਡ ਦੇ ਵਿੱਚ ਦਾਖਲ ਹੋਣਾ ਜ਼ਰੂਰੀ ਹੁੰਦਾ ਹੈ। ਹੁਣ ਇਹ ਸਾਰੇ ਪਦਾਰਥ ਇਹ ਬਾਵਨ ਕੈਪਸੂਲ ਤੋਂ ਬਾਅਦ ਪ੍ਰੋਕਸੀਮਲ ਟਿਊਬਲ ਚਲੇ ਜਾਂਦੇ ਨੇ। ਹੁਣ ਇਹ ਪ੍ਰੋਕਸੀਮਲ ਟਿਊਬਲ ਦੇ ਵਿੱਚੋਂ ਇਹਨਾਂ ਸਾਰੇ ਪਦਾਰਥਾਂ ਨੂੰ ਦੁਬਾਰਾ ਤੋਂ ਲਹੂ ਦੇ ਵਿੱਚ ਮਿਲਾਉਣਾ ਹੁੰਦਾ ਹੈ। ਹੁਣ ਇਹ ਜਿਹੜੀ ਪ੍ਰੈਕਸੀਮਲ ਟਿਊਬਲ ਹੈ ਇਹਦੇ ਆਲੇ ਦੁਆਲੇ ਲਹੂ ਵੈਣੀਆਂ ਦਾ ਇੱਕ ਗੁੱਛਾ ਬਣਿਆ ਹੁੰਦਾ ਹੈ, ਜਾਲ ਵਿਛਿਆ ਹੁੰਦਾ ਹੈ। ਇਸ ਜਾਲ ਦੁਆਰਾ ਪ੍ਰੋਕਸੀਮਲ ਟਿਊਬਲ ਦੇ ਵਿੱਚੋਂ ਦੁਬਾਰਾ ਇਹਨਾਂ ਪਦਾਰਥਾਂ ਦਾ ਸੋਖਣ ਕੀਤਾ ਜਾਂਦਾ ਹੈ। ਜਿਹੜੇ ਪਦਾਰਥ ਬਾਵਨ ਕੈਪਸੂਲ ਨੇ ਸਾਡੇ ਅਜਿਹੇ ਪਦਾਰਥ ਵੀ ਲਹੂ ਦੇ ਵਿੱਚੋਂ ਕੱਢ ਦਿੱਤੇ ਹੁੰਦੇ ਨੇ ਜਿਨ੍ਹਾਂ ਦੀ ਸਾਡੇ ਸਰੀਰ ਨੂੰ ਜ਼ਰੂਰਤ ਹੁੰਦੀ ਹੈ, ਉਹਨਾਂ ਨੂੰ ਪ੍ਰੈਕਸੀਮਲ ਟਿਊਬਲ ਦੇ ਵਿੱਚੋਂ ਦੁਬਾਰਾ ਤੋਂ ਸੁੱਕ ਜਾਂਦਾ ਹੈ। ਜਿਹੜਾ ਇਹ ਵਾਲਾ ਹਿੱਸਾ ਹੈ ਉੱਪਰ, ਇਸ ਤੋਂ ਉੱਪਰ ਜਿਵੇਂ ਕਿ ਮੈਂ ਡਰਾ ਕਰ ਰਿਹਾ, ਇਹ ਸਾਰਾ ਹਿੱਸਾ ਪ੍ਰੋਕਸੀਮਲ ਟਿਊਬਲ ਹੈ। ਇਹ ਪ੍ਰੋਕਸੀਮਲ ਦਾ ਮਤਲਬ ਹੁੰਦਾ ਹੈ ਨੇੜੇ, ਤੇ ਇਹ ਬਾਮਨ ਕੈਪਸੂਲ ਦੇ ਨੇੜੇ ਹੈ ਤੇ ਇਸ ਕਰਕੇ ਇਹਨੂੰ ਪ੍ਰੋਕਸੀਮਲ ਟਿਊਬਲ ਕਿਹਾ ਜਾਂਦਾ ਹੈ। ਇੱਥੇ ਸਾਡੇ ਕੋਲ ਗਲੂਕੋਜ਼, ਅਮੀਨੋ ਐਸਿਡ, ਸੋਡੀਅਮ ਕਲੋਰਾਈਡ ਤੇ ਵਾਟਰ ਦਾ ਦੁਬਾਰਾ ਰੀਅਬਜ਼ਰਪਸ਼ਨ ਖੂਨ ਵਿੱਚ ਹੋ ਜਾਂਦਾ ਹੈ। ਇੱਥੇ 95% ਤੋਂ ਜ਼ਿਆਦਾ ਗਲੂਕੋਜ਼ ਅਤੇ ਅਮੀਨੋ ਐਸਿਡ ਦਾ ਸੋਖਣ ਹੋ ਜਾਂਦਾ ਹੈ ਤੇ 70% ਸੋਡੀਅਮ ਕਲੋਰਾਈਡ ਅਤੇ ਵਾਟਰ ਦਾ ਦੁਬਾਰਾ ਤੋਂ ਸਾਡੇ ਸਰੀਰ ਦੇ ਵਿੱਚ ਸੋਖਣ ਹੋ ਜਾਂਦਾ ਹੈ। ਇਸ ਤੋਂ ਬਾਅਦ ਜਿਹੜਾ ਇਹ ਯੂਰੀਨ ਹੈ ਇਹ ਅੱਗੇ ਲੂਪ ਆਫ ਹੈਨਲ ਚਲਾ ਜਾਂਦਾ ਹੈ। ਜਿਹੜਾ ਇਹ ਵਾਲਾ ਹਿੱਸਾ ਹੈ, ਇਸ ਤੋਂ ਅੱਗੇ ਇਹ ਵਾਲਾ ਹਿੱਸਾ ਹੈ, ਇਹ ਲੂਪ ਆਫ ਹੈਨਲ ਹੈ। ਲੂਪ ਆਫ ਹੈਨਲ ਦੇ ਵਿੱਚੋਂ ਵਾਟਰ ਨੂੰ ਰੀਅਬਜ਼ਰਵ ਕਰ ਲਿਆ ਜਾਂਦਾ ਹੈ ਅਤੇ ਸੋਡੀਅਮ, ਕੈਲਸ਼ੀਅਮ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਜਿਹੇ ਤੱਤਾਂ ਨੂੰ ਵੀ ਸਾਡੇ ਯੂਰੀਨ ਦੇ ਵਿੱਚੋਂ ਰੀਅਬਜ਼ਰਵ ਕਰਕੇ ਸਾਡੇ ਖੂਨ ਦੇ ਵਿੱਚ ਮਿਲਾ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਜਿਹੜਾ ਇਹ ਯੂਰੀਨ ਹੈ ਇਹ ਅੱਗੇ ਡਿਸਟਲ ਟਿਊਬਲ ਚਲਾ ਜਾਂਦਾ ਹੈ। ਡਿਸਟਲ ਦਾ ਮਤਲਬ ਹੁੰਦਾ ਦੂਰ, ਇਹ ਬਾਵਨ ਕੈਪਸੂਲ ਤੋਂ ਦੂਰ ਜਿਹੜੀ ਟਿਊਬਲ ਹੈ ਇਹਨੂੰ ਡਿਸਟਲ ਟਿਊਬਲ ਕਿਹਾ ਜਾਂਦਾ ਹੈ। ਇਸ ਦੇ ਵਿੱਚ ਯੂਰੀਨ ਚਲਾ ਜਾਂਦਾ ਹੈ। ਇਸ ਯੂਰੀਨ ਦੇ ਵਿੱਚ ਅਜੇ ਵੀ ਸੋਡੀਅਮ ਅਤੇ ਕੈਲਸ਼ੀਅਮ ਤੱਤ ਹੁੰਦੇ ਨੇ ਜਿਨ੍ਹਾਂ ਦਾ ਪੂਰੀ ਤਰ੍ਹਾਂ ਸੋਖਣ ਲੂਪ ਆਫ ਹੈਨਲ 'ਚ ਨਹੀਂ ਹੁੰਦਾ। ਉਹਨਾਂ ਨੂੰ ਡਿਜੀਟਲ ਟਿਊਬਲ ਵਿੱਚ ਸੋਖ ਕੇ ਦੁਬਾਰਾ ਲਹੂ ਦੇ ਵਿੱਚ ਮਿਲਾ ਦਿੱਤਾ ਜਾਂਦਾ ਹੈ ਅਤੇ ਨਾਲ ਹੀ ਸਾਡੇ ਲਹੂ ਦੇ ਵਿੱਚ ਮੌਜੂਦ ਹਾਨੀਕਾਰਕ ਤੱਤ ਜਿਵੇਂ ਕਿ H ਪੋਜ਼ਿਟਿਵ ਆਇਨ ਅਤੇ ਹੋਰ ਹਾਨੀਕਾਰਕ ਪਦਾਰਥਾਂ ਨੂੰ ਦੁਬਾਰਾ ਤੋਂ ਯੂਰੀਨ ਦੇ ਵਿੱਚ ਮਿਲਾ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਇਹ ਸਾਰਾ ਜਿਹੜਾ ਯੂਰੀਨ ਹੈ ਜਿਹੜਾ ਯੂਰੀਨ ਹੈ ਇਹਨੂੰ ਕਲੈਕਟਿੰਗ ਡਕਟ ਦੇ ਵਿੱਚ ਦਾਖਲ ਕਰ ਦਿੱਤਾ ਜਾਂਦਾ ਹੈ। ਜਿਹੜੀ ਕਲੈਕਟਿੰਗ ਡਕਟ ਹੈ ਅੱਗੇ ਸਾਡੇ ਯੂਰੇਟਰ ਨਾਲ ਜੁੜੀ ਹੁੰਦੀ ਹੈ ਤੇ ਯੂਰੇਟਰ ਰਾਹੀਂ ਇਹ ਸਾਰਾ ਵੇਸਟ ਪਦਾਰਥ ਸਾਡੇ ਬਲੱਡਰ ਦੇ ਵਿੱਚ ਆ ਜਾਂਦਾ ਹੈ ਅਤੇ ਬਲੱਡਰ ਤੋਂ ਬਾਅਦ ਸਾਡੇ ਸਰੀਰ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਫੇਫੜਿਆਂ ਵਿੱਚ ਕਾਰਬਨ ਡਾਈਆਕਸਾਈਡ ਲਹੂ ਤੋਂ ਵੱਖ ਹੋ ਜਾਂਦੀ ਹੈ ਜਦੋਂ ਕਿ ਨਾਈਟ੍ਰੋਜਨ ਵਾਧੂ ਪਦਾਰਥ ਜਿਵੇਂ ਕਿ ਯੂਰੀਆ, ਯੂਰਿਕ ਐਸਿਡ ਖੂਨ ਵਿੱਚੋਂ ਗੁਰਦਿਆਂ ਰਾਹੀਂ ਵੱਖ ਕੀਤਾ ਜਾਂਦਾ ਹੈ ਤੇ ਫਿਲਟਰੀਕਰਨ ਇਕਾਈਆਂ ਫੇਫੜਿਆਂ ਵਰਗੀ ਹੀ ਬਹੁਤ ਪਤਲੀ ਕੰਧਾਂ ਵਾਲੀਆਂ ਲਹੂ ਦੀਆਂ ਕੋਸ਼ਿਕਾਵਾਂ ਦਾ ਗੁੱਛਾ ਹੁੰਦਾ ਹੈ ਤੇ ਗੁਰਦੇ ਵਿੱਚ ਹਰ ਇੱਕ ਕੇਸ਼ਕਾ ਗੁੱਛੇ ਨਾਲ ਇੱਕ ਨਾਲੀ ਦੇ ਕੱਪ ਦੇ ਆਕਾਰ ਦੇ ਸਿਰੇ ਨਾਲ ਜੁੜੀ ਹੁੰਦੀ ਹੈ ਜੋ ਫਿਲਟਰ ਕੀਤੇ ਮੂਤਰ ਨੂੰ ਇਕੱਠਾ ਕਰਦੀ ਹੈ। ਮੂਤਰ ਮਤਲਬ ਯੂਰੀਨ। ਪਿਆਰੇ ਬੱਚਿਓ, ਇਸ ਤਰ੍ਹਾਂ ਸਾਡੇ ਸਰੀਰ ਦੇ ਵਿੱਚੋਂ ਜਿਹੜਾ ਵੇਸਟ ਪਦਾਰਥ ਬਾਹਰ ਕੱਢਿਆ ਜਾਂਦਾ ਹੈ।
ਹੁਣ ਅਸੀਂ ਇਹ ਜਾਣਦੇ ਹਾਂ ਕਿ ਪੌਦੇ ਵਿੱਚ ਮਲ ਤਿਆਗ ਕਿਵੇਂ ਹੁੰਦਾ ਹੈ। ਪਿਆਰੇ ਬੱਚਿਓ, ਪੌਦੇ ਮਲ ਤਿਆਗ ਲਈ ਜੰਤੂਆਂ ਤੋਂ ਬਿਲਕੁਲ ਭਿੰਨ ਜੁਗਤਾਂ ਵਰਤਦੇ ਹਨ। ਪ੍ਰਕਾਸ਼ ਸੰਸਲੇਸ਼ਨ ਦੌਰਾਨ ਉਤਪੰਨ ਹੋਈ ਆਕਸੀਜਨ ਨੂੰ ਫਾਲਤੂ ਉਪਜ ਸਮਝਿਆ ਜਾਂਦਾ ਹੈ। ਅਸੀਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ ਕਿ ਪੌਦੇ ਆਕਸੀਜਨ ਅਤੇ ਕਾਰਬਨ ਡਾਈਆਕਸਾਈਡ ਦਾ ਕਿਵੇਂ ਨਿਪਟਾਰਾ ਕਰਦੇ ਹਨ। ਜਦੋਂ ਅਸੀਂ ਪ੍ਰਕਾਸ਼ ਸੰਸਲੇਸ਼ਨ ਜਾਂ ਪੋਸ਼ਣ ਪੜ੍ਹਿਆ ਸੀ, ਉੱਥੇ ਅਸੀਂ ਦੇਖਿਆ ਸੀ ਕਿ ਜਿਹੜੀ ਵੀ ਆਕਸੀਜਨ ਉਪਜਦੀ ਹੈ ਉਹਨਾਂ ਨੂੰ ਸਟੋਮੈਟਾ ਦੁਆਰਾ ਪੱਤਿਆਂ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਤੇ ਉਹ ਵਾਧੂ ਪਾਣੀ ਤੋਂ ਵਾਸ਼ਪੀਕਰਨ ਦੁਆਰਾ ਛੁਟਕਾਰਾ ਪਾ ਸਕਦੇ ਹਨ। ਅਤੇ ਅਸੀਂ ਇਹ ਵੀ ਪੜ੍ਹਿਆ ਸੀ ਕਿ ਜਿਹੜਾ ਪੌਦੇ ਦੇ ਵਿੱਚ ਵਾਧੂ ਪਾਣੀ ਹੁੰਦਾ ਹੈ, ਉਹ ਪੌਦੇ ਵਾਸ਼ਪੀਕਰਨ ਦੁਆਰਾ ਉਸ ਪੌਦਿਆਂ ਨੂੰ ਸਟੋਮੈਟਾ ਤੋਂ ਬਾਹਰ ਕੱਢ ਦਿੰਦੇ ਨੇ। ਪੌਦੇ ਵਿੱਚ ਬਹੁਤ ਸਾਰੇ ਟਿਸ਼ੂ ਮੁਰਦਾ ਸੈੱਲਾਂ ਤੋਂ ਬਣੇ ਹੁੰਦੇ ਹਨ ਅਤੇ ਆਪਣੇ ਕੁਝ ਭਾਗਾਂ ਜਿਵੇਂ ਪੱਤਿਆਂ ਨੂੰ ਗਵਾ ਸਕਦੇ ਹਨ। ਪੌਦੇ ਦੇ ਬਹੁਤ ਸਾਰੇ ਫਾਲਤੂ ਉਤਪਾਦ ਸੈੱਲ ਦੇ ਵੈਕਿਊਲ ਵਿੱਚ ਸਮਾਏ ਰਹਿੰਦੇ ਹਨ। ਪੌਦਿਆਂ ਤੋਂ ਗਿਰਨ ਵਾਲੇ ਪੱਤਿਆਂ ਵਿੱਚ ਵੀ ਫਾਲਤੂ ਪਦਾਰਥ ਸਮਾਏ ਹੁੰਦੇ ਹਨ। ਦੂਜੇ ਹੋਰ ਫਾਲਤੂ ਪਦਾਰਥ ਜਿਵੇਂ ਕਿ ਰੇਜ਼ਿਨ ਅਤੇ ਗੂੰਦ ਦੇ ਰੂਪ ਵਿੱਚ ਖਾਸ ਕਰਕੇ ਪੁਰਾਣੇ ਜ਼ਾਇਲਮ ਵਿੱਚ ਰਚੇ ਰਹਿੰਦੇ ਹਨ। ਪੌਦੇ ਕੁਝ ਵਿਅਰਥ ਪਦਾਰਥਾਂ ਨੂੰ ਆਪਣੇ ਆਲੇ ਦੁਆਲੇ ਮਿੱਟੀ ਵਿੱਚ ਵੀ ਛੱਡਦੇ ਰਹਿੰਦੇ ਹਨ। ਇਸ ਤਰ੍ਹਾਂ ਜਿਹੜੇ ਪੌਦੇ ਨੇ ਉਹ ਆਪਣਾ ਮਲ ਤਿਆਗ ਕਰਦੇ ਹਨ। ਥੈਂਕਸ ਫॉर ਵਾਚਿੰਗ। ਪਲੀਜ਼ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ, ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਬੱਚਿਆਂ ਤੱਕ ਸ਼ੇਅਰ ਕਰੋ ਤਾਂ ਕਿ ਸਾਰੇ ਬੱਚੇ ਇਸ ਟੌਪਿਕ ਨੂੰ ਚੰਗੀ ਤਰ੍ਹਾਂ ਸਮਝ ਸਕਣ ਅਤੇ ਆਉਣ ਵਾਲੇ PAS ਦੇ ਵਿੱਚ ਆਪਣੀ ਤਿਆਰੀ ਕਰ ਸਕਣ। ਧੰਨਵਾਦ।